ਸਤਿ ਸ਼੍ਰੀ ਅਕਾਲ ਜੀ। ਮੈਂ ਸਰਦਾਰ ਹਰਜੀਤ ਸਿੰਘ ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਤੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਆਓ ਵਿਦਿਆਰਥੀਓ, ਅੱਜ ਦੇ ਆਪਣੇ ਨਵੇਂ ਟੌਪਿਕ ਵੱਲ ਵਧੀਏ। ਪਿਆਰੇ ਬੱਚਿਓ, ਅੱਜ ਅਸੀਂ 10ਵੀਂ ਜਮਾਤ ਦੇ ਚੌਥੇ ਅਧਿਆਏ ਦੋ ਘਾਤੀ ਸਮੀਕਰਨ ਦੀ ਦੁਹਰਾਈ ਕਰਾਂਗੇ। ਦੋ ਘਾਤੀ ਸਮੀਕਰਨ ਹੁੰਦਾ ਕੀ ਹੈ? ਕੋਈ ਵੀ ਸਮੀਕਰਨ ਜਿਸ ਦੀ ਘਾਤ 2 ਹੋਵੇ ਉਸ ਨੂੰ ਦੋ ਘਾਤੀ ਸਮੀਕਰਨ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਆਓ ਇੱਕ ਉਦਾਹਰਣ ਕਰੀਏ। ਉਦਾਹਰਣ ਹੈ ax² ਜਮ੍ਹਾਂ bx ਜਮ੍ਹਾਂ c। ਤੁਸੀਂ ਦੇਖ ਸਕਦੇ ਹੋ ਪਿਆਰੇ ਬੱਚਿਓ ਕਿ ਇਹ ਇੱਕ ਦੋ ਘਾਤੀ ਬਹੁਪਦ ਹੈ, ਭਾਵ ਇਸ ਦੀ ਘਾਤ 2 ਹੈ। ਪਰ ਜਦੋਂ ਅਸੀਂ ਇਸ ਨੂੰ ਸਿਫਰ ਭਾਵ 0 ਦੇ ਬਰਾਬਰ ਕਰ ਦਿੰਦੇ ਹਾਂ ਤਾਂ ਸਾਨੂੰ ਇੱਕ ਦੋ ਘਾਤੀ ਸਮੀਕਰਨ ਪ੍ਰਾਪਤ ਹੁੰਦਾ ਹੈ। ਸੋ ਪਿਆਰੇ ਬੱਚਿਓ, ਅਸੀਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ax² ਜਮ੍ਹਾਂ bx ਜਮ੍ਹਾਂ c ਬਰਾਬਰ ਹੈ 0। ਸੋ ਪਿਆਰੇ ਬੱਚਿਓ, ਤੁਹਾਨੂੰ ਫਰਕ ਸਮਝ ਲੱਗ ਗਿਆ ਹੋਵੇਗਾ ਕਿ ਜਦੋਂ ਆਪਾਂ ਇਹਨੂੰ ax² ਜਮ੍ਹਾਂ bx ਜਮ੍ਹਾਂ c ਲਿਖਦੇ ਹਾਂ ਤਾਂ ਇਹ ਇੱਕ ਦੋ ਘਾਤੀ ਬਹੁਪਦ ਹੁੰਦਾ ਹੈ। ਪਰ ਜਦੋਂ ਅਸੀਂ ਇਹਨੂੰ ax² ਜਮ੍ਹਾਂ bx ਜਮ੍ਹਾਂ c ਬਰਾਬਰ 0 ਲਿਖਦੇ ਹਾਂ ਤਾਂ ਇਹ ਇੱਕ ਸਮੀਕਰਨ ਬਣਦਾ ਹੈ। ਪਿਆਰੇ ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਸਮੀਕਰਨ ਦੀ ਘਾਤ 2 ਹੈ। ਸੋ ਅਸੀਂ ਇਹਨੂੰ ਦੋ ਘਾਤੀ ਸਮੀਕਰਨ ਕਹਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਕਿ ਬਹੁਪਦ ਅਤੇ ਸਮੀਕਰਨ ਦੇ ਵਿੱਚ ਕੀ ਫਰਕ ਹੁੰਦਾ ਹੈ। ਤੇ ਆਓ ਪਿਆਰੇ ਬੱਚਿਓ, ਇਸ ਜਾਣਕਾਰੀ ਦੀ ਮਦਦ ਨਾਲ ਅਸੀਂ ਅਭਿਆਸ 4.1 ਦੇ ਸਵਾਲਾਂ ਨੂੰ ਹੱਲ ਕਰਦੇ ਹਾਂ। ਅਭਿਆਸ 4.1 ਦਾ ਪਹਿਲਾ ਸਵਾਲ ਹੈ, ਜਾਂਚ ਕਰੋ ਕਿ ਹੇਠ ਲਿਖੇ ਸਮੀਕਰਨ ਦੋ ਘਾਤੀ ਸਮੀਕਰਨ ਹਨ ਜਾਂ ਨਹੀਂ। ਪਹਿਲਾ ਸਵਾਲ ਹੈ ਸਾਡੇ ਕੋਲ x ਜਮ੍ਹਾਂ 1 ਦੀ ਘਾਤ 2 ਬਰਾਬਰ 2 ਗੁਣਾ x ਮਾਈਨਸ 3। ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ x ਜਮ੍ਹਾਂ 1 ਦੀ ਘਾਤ 2 ਸਾਨੂੰ ਇੱਕ ਫਾਰਮੂਲੇ ਦੀ ਯਾਦ ਕਰਾਉਂਦੀ ਹੈ। ਉਹ ਹੈ a ਜਮ੍ਹਾਂ b ਦੀ ਘਾਤ 2 ਬਰਾਬਰ a² ਜਮ੍ਹਾਂ 2ab ਜਮ੍ਹਾਂ b², ਜਿੱਥੇ a ਬਰਾਬਰ x ਅਤੇ b ਬਰਾਬਰ 1 ਹੈ। ਆਓ ਇਹਨੂੰ ਹੱਲ ਕਰੀਏ। a² ਭਾਵ x ਦੀ ਘਾਤ 2 ਜਮ੍ਹਾਂ 2ab ਭਾਵ 2 ਗੁਣਾ x ਗੁਣਾ 1 ਜਮ੍ਹਾਂ b ਦੀ ਘਾਤ 2 ਮਤਲਬ 1 ਦਾ ਵਰਗ ਬਰਾਬਰ ਹੈ 2 ਗੁਣਾ x ਬਰਾਬਰ 2x ਅਤੇ 2 ਗੁਣਾ -3, 2 ਗੁਣਾ -3 ਹੁੰਦਾ ਹੈ -6। x ਦਾ ਵਰਗ ਜਮ੍ਹਾਂ 2 ਗੁਣਾ x ਗੁਣਾ 1 2x ਜਮ੍ਹਾਂ 1 ਦੀ ਘਾਤ 2 1 -2x ਜਮ੍ਹਾਂ 6। ਇੱਥੇ ਆਪਾਂ ਪਿਆਰੇ ਬੱਚਿਓ 2x ਨੂੰ ਖੱਬੇ ਪਾਸੇ ਲਿਆਂਦਾ ਹੈ ਤਾਂ ਉਹ -2x ਹੋ ਜਾਏਗਾ ਅਤੇ -6 ਨੂੰ ਜਦੋਂ ਆਪਾਂ ਖੱਬੇ ਪਾਸੇ ਲਿਆਂਦਾ ਤਾਂ ਉਹ ਜਮ੍ਹਾਂ 6 ਹੋ ਜਾਏਗਾ। ਇੱਥੇ ਆਪਣੇ ਕੋਲ ਜਮ੍ਹਾਂ 2x ਅਤੇ -2x ਹੈ ਜੋ ਕਿ ਆਪਸ ਵਿੱਚ ਕੱਟੇ ਜਾਣਗੇ। ਠੀਕ ਹੈ ਪਿਆਰੇ ਬੱਚਿਓ, ਅਤੇ ਆਪਣੇ ਕੋਲ ਕੀ ਬਚ ਜਾਂਦਾ ਹੈ x² ਜਮ੍ਹਾਂ 1 ਜਮ੍ਹਾਂ 6 ਬਰਾਬਰ 0। ਅਤੇ ਜਮ੍ਹਾਂ 1 ਅਤੇ ਜਮ੍ਹਾਂ 6 ਆਪਸ ਵਿੱਚ ਜੋੜ ਸਕਦੇ ਹਾਂ ਅਤੇ ਸਾਡੇ ਕੋਲ ਆ ਜਾਏਗਾ x² ਜਮ੍ਹਾਂ 7 ਬਰਾਬਰ 0। ਹੁਣ ਪਿਆਰੇ ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਘਾਤ 2 ਹੈ। ਸੋ ਜੇਕਰ ਇਸ ਦੀ ਘਾਤ 2 ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਸਮੀਕਰਨ ਦੋ ਘਾਤੀ ਸਮੀਕਰਨ ਹੈ। ਠੀਕ ਹੈ ਪਿਆਰੇ ਬੱਚਿਓ, ਤੇ ਆਓ ਵੱਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਹੈ, ਜਾਂਚ ਕਰੋ ਕਿ ਹੇਠ ਲਿਖੇ ਸਮੀਕਰਨ ਦੋ ਘਾਤੀ ਸਮੀਕਰਨ ਹਨ ਜਾਂ ਨਹੀਂ। ਸਵਾਲ ਹੈ x ਜਮ੍ਹਾਂ 2 ਦੀ ਘਾਤ 3 ਬਰਾਬਰ 2x x² ਮਾਈਨਸ 1। ਪਿਆਰੇ ਬੱਚਿਓ, ਇੱਥੇ x ਜਮ੍ਹਾਂ 2 ਦੀ ਘਾਤ 3 ਸਾਨੂੰ ਇੱਕ ਫਾਰਮੂਲੇ ਦੀ ਯਾਦ ਕਰਾਉਂਦੇ ਹਨ ਅਤੇ ਉਹ ਫਾਰਮੂਲਾ ਹੈ a ਜਮ੍ਹਾਂ b ਦੀ ਘਾਤ 3। ਸੋ a ਜਮ੍ਹਾਂ b ਦੀ ਘਾਤ 3 ਕਿੰਨੀ ਹੁੰਦੀ ਹੈ ਪਿਆਰੇ ਬੱਚਿਓ? a ਜਮ੍ਹਾਂ b ਦੀ ਘਾਤ 3 ਹੁੰਦੀ ਹੈ a ਦੀ ਘਾਤ 3 ਜਮ੍ਹਾਂ b ਦੀ ਘਾਤ 3 ਜਮ੍ਹਾਂ 3a ਦੀ ਘਾਤ 2b ਜਮ੍ਹਾਂ 3ab ਦੀ ਘਾਤ 2, ਜਿੱਥੇ a ਬਰਾਬਰ x ਅਤੇ b ਬਰਾਬਰ 2 ਹੈ। ਖੱਬੇ ਪਾਸੇ ਸਾਡੇ ਕੋਲ ਆ ਜਾਏਗਾ a ਦੀ ਘਾਤ 3 ਮਤਲਬ x ਦੀ ਘਾਤ 3, b ਦੀ ਘਾਤ 3 ਮਤਲਬ 2 ਦੀ ਘਾਤ 3 ਜਮ੍ਹਾਂ 3a² ਮਤਲਬ 3 ਗੁਣਾ x² ਗੁਣਾ 2 ਜਮ੍ਹਾਂ 3ab² ਮਤਲਬ 3 ਗੁਣਾ x ਗੁਣਾ 2 ਦੀ ਘਾਤ 2 ਬਰਾਬਰ ਆ ਜਾਏਗਾ 2x x² ਮਾਈਨਸ 1, ਜੋ ਕਿ ਪਹਿਲਾਂ ਹੀ ਸੱਜੇ ਪਾਸੇ ਹੈ
आओ इनू हल करते हाँ। x की घात 3 जमा 2 की घात 3 मतलब 2 गुणा 2 गुणा 2 8 आ जाएगा। 3 गुणा x स्केयर गुणा 2 6x स्केयर जमा 3 गुणा x गुणा 2 की घात 2 आ जाएगा साढ़े कोल 4। सज्जे पासे जदों असी 2x ਨੂੰ x स्केयर ਨਾਲ गुणा करांगे तो साढ़े को आ जाएगा 2x की घात 3। अगर आप 2x ਨੂੰ -1 ਨਾਲ गुणा करते हाँ तो वो आ जाएगा साढ़े कोल 2x गुणा -1 बराबर -2x। तो अगे इनू करते हैं x की घात 3 साढ़े को आ जाएगा x की घात 3 ही आ जाएगा जमा 8 जमा 6x स्केयर जमा 3 गुणा 4 12 गुणा x 12x तो 2x की घात 3 ਨੂੰ ਜਦੋਂ ਆਪਾਂ ਖੱਬੇ ਪਾਸੇ ਲਿਆਂਦਾ ਹੈ तो -2x की 3 हो जाएगा -2x इधर आके जमा 2x हो जाएगा बराबर 0। ਹੁਣ ਜੇਕਰ ਆਪਾਂ ਧਿਆਨ ਨਾਲ ਵੇਖਦੇ ਹਾਂ तो x की घात 3 ਅਤੇ -2x की घात 3 ਵਿੱਚ ਘਾਤ ਬਰਾਬਰ ਹੈ। ਅਸੀਂ ਇਹਨਾਂ ਨੂੰ ਪਲੱਸ ਮਾਈਨਸ ਕਰ ਸਕਦੇ ਹਾਂ। 1x की घात 3 ਤੇ -2x की घात 3 ਸਾਡੇ ਕੋਲ ਇਹਨਾਂ ਨੂੰ ਹੱਲ ਕਰਕੇ ਆ ਜਾਂਦਾ ਹੈ -1x की घात 3 या -x की घात 3 जमा 6x स्केयर जमा साढ़े कोल है जमा 2x तो जमा 12x ये आ गया 14x जमा 8 बराबर 0। तो प्यारे बच्चों असी देख सकते हाँ कि इत्थे जिहड़ा समीकरण साढ़े को बनया है उसकी घात कितनी है। ध्यान नाल वेखियो इसकी घात है 3। सो अगर इसकी घात 3 है तो कि ये दो घाती समीकरण होवेगा नहीं। इसलिए आप कह सकते हैं कि उपरोक्त समीकरण दो घाती समीकरण नहीं है। भाव साढ़े कोल अजिहा कोई भी समीकरण जिसकी घात 2 नहीं है, 2 तो इलावा कुछ भी है तो उन्होंने आप दो घाती समीकरण नहीं कहांगे। ठीक है प्यारे बच्चों, इनू नोट कर लो। तो आओ आप वधदे हाँ पहले सवाल के 8वें भाग वाल। 8वां सवाल साढ़े कोल है x की घात 3 -4x स्केयर -x जमा 1 बराबर है x -2 की घात 3। हुण ध्यान नाल देखो प्यारे बच्चों, हुण साढ़े कोल सज्जे पासे x -2 की घात 3 है जो कि सानू a b की घात 3 का फॉर्मूला याद कराउंदी है जो है a की 3 b की घात 3 -3a स्केयर b जमा 3ab स्केयर जिथे a बराबर x और b बराबर 2 है। तो आओ इनू करते हाँ। x की घात 3 -4x स्केयर -x जमा 1 जो कि खब्बा पासा है उदा ही रहेगा बराबर है x की घात 3 b की घात 3 मतलब -2 की घात 3 -3a स्केयर b मतलब 3x स्केयर गुणा 2 जमा 3 गुणा x गुणा b स्केयर मतलब 2 की घात 2। जदों आप इनू हल करते हाँ तो साढ़े कोल खब्बा पासा जिहड़ा है वो तो इस तरह रहेगा। भाव x की घात 3 -4x स्केयर -x जमा 1 बराबर है x की घात 3 -2 की घात 3 मतलब 2 गुणा 2 गुणा 2 8 -3 गुणा 2 6x स्केयर 3 गुणा x गुणा 2 की घात 2 2 की घात 2 होंदी है 4 4 गुणा 3 12x। ਹੁਣ ਆਪਾਂ सज्जे हथ वाले जिन्नियां भी संख्यावां ਹਨ ਉਹਨੂੰ ਖੱਬੇ ਪਾਸੇ ਲਿਆਵਾਂਗੇ तो साढ़े को आ जाएगा x³ -4x स्केयर -x जमा 1 -x³ जमा 8 जमा x स्केयर -12x बराबर 0। प्यारे बच्चे असीं ध्यान नाल वेख सकते हाँ कि जमा x³ तो -x³ आपस में कट्टे जा सकते हैं। सो आप इन्हां नूं कट देने हाँ। सो साढ़े कोल बचेगा -4x ਅਤੇ जमा 6x स्केयर ये दोनों समान रकमां हैं जिन्हां की घात 2 है तो इन्हां नूं आपां हल कर सकते हाँ। -4 ਅਤੇ जमा 6 आ जाएगा जमा 2x स्केयर -x तो -12x हो जाएगा -13x जमा 1 ਅਤੇ जमा 8 हो जाएगा साढ़े कोल जमा 9 बराबर 0। तो प्यारे बच्चों दसो इहदी घात कितनी है। इहदी घात है 2। इसलिए आप कह सकते हाँ कि उपरोक्त समीकरण जो है वो एक दो घाती समीकरण है। ठीक है प्यारे बच्चों। कई बार सानू पेपर दे विच
ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਪ੍ਰਸ਼ਨ ਆ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਦੋ ਘਾਤੀ ਸਮੀਕਰਨ ਬਣਾਵਾਂਗੇ ਤੇ ਉਸ ਨੂੰ ਹੱਲ ਕਰਾਂਗੇ। ਤੇ ਆਓ ਅਜਿਹੀਆਂ ਕੋਈ ਸਮੱਸਿਆਵਾਂ ਵੱਲ ਦੇਖੀਏ ਅਤੇ ਉਹਨਾਂ ਨੂੰ ਦੋ ਘਾਤੀ ਸਮੀਕਰਨਾਂ ਵਿੱਚ ਬਦਲੀਏ। 4.1 ਦਾ ਦੂਸਰਾ ਸਵਾਲ ਹੈ, ਹੇਠਾਂ ਦਿੱਤੀਆਂ ਸਥਿਤੀਆਂ ਨੂੰ ਦੋ ਘਾਤੀ ਸਮੀਕਰਨ ਦੇ ਰੂਪ ਵਿੱਚ ਬਦਲੋ। ਸੋ ਇਸ ਦਾ ਪਹਿਲਾ ਸਵਾਲ ਹੈ, ਦੂਸਰੇ ਦਾ ਪਹਿਲਾ ਭਾਗ ਹੈ, ਇੱਕ ਆਇਤਾਕਾਰ ਪਲਾਟ ਦਾ ਖੇਤਰਫਲ 528 ਵਰਗ ਮੀਟਰ ਹੈ। ਪਲਾਟ ਦੀ ਲੰਬਾਈ ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ। ਅਸੀਂ ਪਲਾਟ ਦੀ ਲੰਬਾਈ ਅਤੇ ਚੌੜਾਈ ਪਤਾ ਕਰਨੀ ਹੈ। ਸੋ ਪਿਆਰੇ ਬੱਚਿਓ, ਇਸ ਨੂੰ ਆਪਾਂ ਸਿਰਫ ਦੋ ਘਾਤੀ ਸਮੀਕਰਨ ਵਿੱਚ ਬਦਲਣਾ ਹੈ। ਤੇ ਅਸੀਂ ਦੇਖ ਸਕਦੇ ਹਾਂ ਕਿ ਪਲਾਟ ਦੀ ਜੋ ਲੰਬਾਈ ਹੈ ਉਹ ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ। ਭਾਵ ਜਿਹੜੀ ਲੰਬਾਈ ਹੈ ਉਹ ਚੌੜਾਈ ਦੇ ਉੱਤੇ ਡਿਪੈਂਡ ਕਰਦੀ ਹੈ। ਸੋ ਆਪਾਂ ਚੌੜਾਈ ਮੰਨਾਂਗੇ ਪਹਿਲਾਂ। ਮੰਨ ਲਓ ਚੌੜਾਈ, ਪਲਾਟ ਦੀ ਚੌੜਾਈ ਬਰਾਬਰ ਹੈ x ਮੀਟਰ, ਕਿਉਂਕਿ ਸਾਨੂੰ ਖੇਤਰਫਲ ਮੀਟਰ 'ਚ ਦਿੱਤਾ ਸੀ ਤੇ ਆਪਾਂ ਇਹਨੂੰ ਵੀ ਮੀਟਰ 'ਚ ਲਵਾਂਗੇ। ਸੋ ਜੇ ਪਲਾਟ ਦੀ ਚੌੜਾਈ x ਹੈ ਤੇ ਪਲਾਟ ਦੀ ਲੰਬਾਈ ਕਿੰਨੀ ਹੋਵੇਗੀ? ਚੌੜਾਈ ਦੇ ਦੁੱਗਣੇ, ਭਾਵ x ਦਾ ਦੁੱਗਣਾ, ਭਾਵ x ਦਾ ਦੁੱਗਣਾ ਕਿੰਨਾ ਹੋ ਜਾਏਗਾ? 2x। ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਜਮਾ 1। ਠੀਕ ਹੈ ਪਿਆਰੇ ਬੱਚੋ। ਸੋ ਅੱਗੇ ਸਾਨੂੰ ਦਿੱਤਾ ਹੋਇਆ ਹੈ ਕਿ ਪਲਾਟ ਦਾ ਖੇਤਰਫਲ ਜੋ ਹੈ ਉਹ ਹੈ 528 ਵਰਗ ਮੀਟਰ। ਸੋ ਪਲਾਟ ਦਾ ਖੇਤਰਫਲ ਹੈ ਸਾਡੇ ਕੋਲ ਬਰਾਬਰ 528 ਮੀਟਰ ਸਕੁਅਰ। ਸੋ ਪਲਾਟ ਦਾ ਖੇਤਰਫਲ ਦਾ ਫਾਰਮੂਲਾ ਕੀ ਹੋਵੇਗਾ? ਕਿਉਂਕਿ ਪਲਾਟ ਇੱਕ ਆਇਤਾਕਾਰ ਹੈ, ਇਸ ਲਈ ਇੱਥੇ ਆਇਤ ਦੇ ਖੇਤਰਫਲ ਦਾ ਫਾਰਮੂਲਾ ਲੱਗੇਗਾ ਲੰਬਾਈ ਗੁਣਾ ਚੌੜਾਈ ਬਰਾਬਰ 528। ਸੋ ਲੰਬਾਈ ਦੀ ਜਗ੍ਹਾ ਆਪਾਂ ਕੀ ਭਰਾਂਗੇ? 2x ਜਮਾ 1 ਅਤੇ ਚੌੜਾਈ ਦੀ ਜਗ੍ਹਾ ਆ ਜਾਏਗਾ ਸਾਡੇ ਕੋਲ x ਬਰਾਬਰ 528। ਸੋ ਅੱਗੇ ਵਧਦੇ ਹਾਂ। 2x ਨੂੰ ਜਦੋਂ ਆਪਾਂ x ਨਾਲ ਗੁਣਾ ਕਰਦੇ ਹਾਂ ਤੇ ਸਾਡੇ ਕੋਲ ਆ ਜਾਏਗਾ 2x ਦੀ ਘਾਤ 2। ਤੇ ਨਾਲ ਜਦੋਂ ਆਪਾਂ x ਨੂੰ 1 ਨਾਲ ਗੁਣਾ ਕਰਦੇ ਹਾਂ, ਜਮਾ 1 ਨਾਲ ਗੁਣਾ ਕਰਦੇ ਹਾਂ, ਸਾਡੇ ਕੋਲ ਆ ਜਾਏਗਾ x ਬਰਾਬਰ 528। ਹੁਣ ਆਪਾਂ 528 ਨੂੰ ਖੱਬੇ ਪਾਸੇ ਜਦੋਂ ਲੈ ਕੇ ਆਵਾਂਗੇ ਤਾਂ ਸਾਡੇ ਕੋਲ ਆ ਜਾਏਗਾ 2x ਸਕੁਅਰ ਜਮਾ x ਮਾਈਨਸ 528 ਬਰਾਬਰ 0, ਜੋ ਕਿ ਇੱਕ ਦੋ ਘਾਤੀ ਸਮੀਕਰਨ ਹੈ। ਠੀਕ ਹੈ ਪਿਆਰੇ ਬੱਚਿਓ, ਕਿਉਂਕਿ ਇਸ ਦੀ ਘਾਤ 2 ਹੈ ਤੇ ਇਸ ਲਈ ਦੋ ਘਾਤੀ ਸਮੀਕਰਨ ਹੈ। ਸਾਨੂੰ ਸਿਰਫ ਇਹ ਕਿਹਾ ਗਿਆ ਸੀ ਕਿ ਉਪਰੋਕਤ ਜਾਣਕਾਰੀ ਨੂੰ ਦੋ ਘਾਤੀ ਸਮੀਕਰਨ ਦੇ ਰੂਪ ਵਿੱਚ ਬਦਲੋ ਤੇ ਅਸੀਂ ਇਸ ਦੇ ਦੋ ਘਾਤੀ ਸਮੀਕਰਨ ਬਣਾ ਦਿੱਤਾ ਹੈ। 2x ਸਕੁਅਰ ਜਮਾ x ਮਾਈਨਸ 528 ਬਰਾਬਰ 0। ਆਓ ਅਸੀਂ ਇਸ ਦੇ ਅਗਲੇ ਸਵਾਲ ਵੱਲ ਵਧਦੇ ਹਾਂ। ਹੇਠਾਂ ਦਿੱਤੀਆਂ ਸਥਿਤੀਆਂ ਨੂੰ ਦੋ ਘਾਤੀ ਸਮੀਕਰਨ ਦੇ ਰੂਪ ਵਿੱਚ ਬਦਲੋ। ਇਸ ਦਾ ਜੋ ਦੂਸਰਾ ਭਾਗ ਹੈ ਉਹ ਹੈ, ਦੋ ਲਗਾਤਾਰ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਗੁਣਨਫਲ 306 ਹੈ। ਅਸੀਂ ਸੰਪੂਰਨ ਸੰਖਿਆਵਾਂ ਪਤਾ ਕਰਨੀਆਂ ਹਨ। ਸੋ ਪਿਆਰੇ ਬੱਚਿਓ, ਜਿਵੇਂ ਕਿ ਪ੍ਰਸ਼ਨ ਦੇ ਵਿੱਚ ਲਿਖਿਆ ਹੈ ਕਿ ਦੋ ਲਗਾਤਾਰ ਧਨਾਤਮਕ ਸੰਪੂਰਨ, ਲਗਾਤਾਰ ਮਤਲਬ ਅਗਰ ਇੱਕ 2 ਹੈ ਤੇ ਦੂਸਰੀ 3 ਹੋਏਗੀ। ਸੋ ਮੰਨ ਲਓ ਪਹਿਲੀ ਸੰਖਿਆ ਬਰਾਬਰ ਹੈ x ਅਤੇ ਇਸ ਦੀ ਅਗਲੀ ਸੰਖਿਆ ਪਤਾ ਕਰਨ ਲਈ ਆਪਾਂ ਕੀ ਕਰਦੇ ਹਾਂ? ਲਗਾਤਾਰ ਵਾਸਤੇ ਪਹਿਲੀ ਸੰਖਿਆ ਦੇ ਵਿੱਚ ਜਦੋਂ ਆਪਾਂ 1 ਜੋੜ ਦਿੰਦੇ ਹਾਂ ਤੇ ਉਹ ਸਾਡੇ ਕੋਲ ਅਗਲੀ ਸੰਖਿਆ ਪਤਾ ਲੱਗ ਜਾਂਦੀ ਹੈ। ਭਾਵ ਦੂਸਰੀ ਸੰਖਿਆ ਸਾਡੇ ਕੋਲ ਆ ਜਾਏਗੀ x ਜਮਾ 1। ਜੇ ਪਹਿਲੀ ਸੰਖਿਆ x ਹੈ ਤਾਂ ਦੂਸਰੀ x ਜਮਾ 1 ਲਿਖਾਂਗੇ ਤਾਂ ਕਿ ਉਹ ਲਗਾਤਾਰਤਾ ਵਿੱਚ ਆ ਜਾਵੇ। ਸੋ ਸਾਨੂੰ ਗੁਣਨਫਲ ਵੀ ਦਿੱਤਾ ਹੋਇਆ ਹੈ। ਗੁਣਨਫਲ ਬਰਾਬਰ ਹੈ 306। ਗੁਣਨਫਲ ਦਾ ਮਤਲਬ ਪਹਿਲੀ ਸੰਖਿਆ ਗੁਣਾ ਦੂਸਰੀ ਸੰਖਿਆ। ਪਹਿਲੀ ਸੰਖਿਆ ਹੈ x ਗੁਣਾ x ਜਮਾ 1 ਬਰਾਬਰ 306। ਹੁਣ ਪਿਆਰੇ ਬੱਚਿਓ, ਅਸੀਂ x ਨੂੰ x ਨਾਲ ਗੁਣਾ ਕਰਾਂਗੇ ਅੰਦਰ ਤੇ x ਗੁਣਾ x ਆ ਗਿਆ x ਸਕੁਅਰ। ਜਦੋਂ ਆਪਾਂ x ਨੂੰ 1 ਨਾਲ ਗੁਣਾ ਕਰਦੇ ਹਾਂ ਤਾਂ x ਏਕਮ x ਬਰਾਬਰ 306।
ਹੁਣ ਆਪਾਂ 306 ਨੂੰ ਜਦੋਂ ਖੱਬੇ ਪਾਸੇ ਲੈ ਕੇ ਜਾਵਾਂਗੇ ਤਾਂ ਉਹਦਾ ਨਿਸ਼ਾਨ ਕੀ ਹੋ ਜਾਏਗਾ, ਬਦਲ ਜਾਏਗਾ। ਬਿਲਕੁਲ ਠੀਕ। ਤੇ ਸਾਡੇ ਕੋਲ ਸਮੀਕਰਨ ਆ ਜਾਏਗਾ x ਸਕੁਏਅਰ ਜਮਾ x ਮਾਈਨਸ 306 ਬਰਾਬਰ 0। ਧਿਆਨ ਨਾਲ ਵੇਖੋ ਪਿਆਰੇ ਬੱਚਿਓ, x ਸਕੁਏਅਰ ਜਮਾ x ਮਾਈਨਸ 306 ਬਰਾਬਰ 0 ਜੋ ਹੈ ਉਸ ਦੀ ਘਾਤ 2 ਹੈ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਦੋ ਘਾਤੀ ਸਮੀਕਰਨ ਹੈ। ਠੀਕ ਹੈ ਪਿਆਰੇ ਬੱਚਿਓ। ਸੋ ਇਸ ਸਵਾਲ ਦੇ ਵਿੱਚ ਵੀ ਸਾਨੂੰ ਦੋ ਘਾਤੀ ਸਮੀਕਰਨ ਬਣਾਉਣ ਲਈ ਕਿਹਾ ਗਿਆ ਸੀ, ਜੋ ਕਿ ਹੈ x ਸਕੁਏਅਰ ਜਮਾ x ਮਾਈਨਸ 306 ਬਰਾਬਰ 0। ਅਤੇ ਆਓ ਪਿਆਰੇ ਬੱਚਿਓ ਅਸੀਂ ਅਗਲੇ ਸਵਾਲ ਵੱਲ ਵੱਧਦੇ ਹਾਂ, ਜੋ ਕਿ ਹੈ 4.1 ਦੇ ਦੂਜੇ ਸਵਾਲ ਦਾ ਤੀਜਾ ਭਾਗ। ਦੂਸਰੇ ਸਵਾਲ ਦਾ ਤੀਸਰਾ ਭਾਗ ਹੈ। ਫਿਰ ਤੋਂ ਉਹੀ ਪ੍ਰਸ਼ਨ ਹੈ, ਹੇਠਾਂ ਦਿੱਤੀਆਂ ਸਥਿਤੀਆਂ ਨੂੰ ਦੋ ਘਾਤੀ ਸਮੀਕਰਨਾਂ ਦੇ ਰੂਪ ਵਿੱਚ ਬਦਲੋ। ਸੋ ਤੀਸਰਾ ਸਵਾਲ ਹੈ, ਰੋਹਨ ਦੀ ਮਾਂ ਉਸ ਨਾਲੋਂ 26 ਸਾਲ ਵੱਡੀ ਹੈ। ਹੁਣ ਤੋਂ 3 ਸਾਲ ਬਾਅਦ ਉਹਨਾਂ ਦੀਆਂ ਉਮਰਾਂ ਦਾ ਗੁਣਨਫਲ 360 ਹੋ ਜਾਵੇਗਾ। ਅਸੀਂ ਰੋਹਨ ਦੀ ਵਰਤਮਾਨ ਉਮਰ ਪਤਾ ਕਰਨੀ ਹੈ। ਪਿਆਰੇ ਬੱਚਿਓ ਧਿਆਨ ਨਾਲ ਵੇਖੋ ਕਿ ਰੋਹਨ ਦੀ ਮਾਂ ਦੀ ਉਮਰ ਰੋਹਨ ਦੇ ਉੱਤੇ ਡਿਪੈਂਡ ਹੈ, ਭਾਵ ਜਿੰਨੀ ਰੋਹਨ ਦੀ ਉਮਰ ਹੈ ਉਸ ਦੀ ਮਾਂ ਦੀ ਉਮਰ ਉਸ ਨਾਲੋਂ 26 ਸਾਲ ਵੱਡੀ ਹੈ। ਸੋ ਇੱਥੇ ਆਪਾਂ ਇਸ ਸਵਾਲ ਦੇ ਵਿੱਚ ਸਭ ਤੋਂ ਪਹਿਲਾਂ ਰੋਹਨ ਦੀ ਉਮਰ ਮੰਨਾਂਗੇ। ਠੀਕ ਹੈ ਪਿਆਰੇ ਬੱਚਿਓ। ਤੇ ਆਓ ਵੱਧਦੇ ਹਾਂ ਉੱਤਰ ਵੱਲ। ਮੰਨ ਲਓ ਰੋਹਨ ਦੀ ਵਰਤਮਾਨ ਉਮਰ ਬਰਾਬਰ ਹੈ x ਸਾਲ। ਜੇ ਰੋਹਨ ਦੀ ਉਮਰ x ਸਾਲ ਹੈ ਤੇ ਰੋਹਨ ਦੀ ਮਾਂ ਦੀ ਉਮਰ ਉਸ ਨਾਲੋਂ 26 ਜ਼ਿਆਦਾ, ਮਤਲਬ ਜਮਾ 26 ਜ਼ਿਆਦਾ ਹੋਵੇਗੀ। ਸੋ ਰੋਹਨ ਦੀ ਮਾਂ ਦੀ ਵਰਤਮਾਨ ਉਮਰ ਕਿੰਨੀ ਹੋ ਜਾਏਗੀ, x ਜਮਾ 26 ਸਾਲ, ਕਿਉਂਕਿ ਰੋਹਨ ਦੀ ਉਮਰ x ਹੈ ਤੇ ਉਸ ਦੀ ਮਾਂ ਦੀ x ਜਮਾ 26 ਹੋ ਜਾਏਗੀ। ਸੋ ਹੁਣ ਤੋਂ 3 ਸਾਲ ਬਾਅਦ ਉਹਨਾਂ ਦੀ ਉਮਰਾਂ ਦਾ ਗੁਣਨਫਲ ਕਿੰਨਾ ਹੋ ਜਾਏਗਾ, 360। ਪਰ ਸਭ ਤੋਂ ਪਹਿਲਾਂ ਸਾਨੂੰ ਰੋਹਨ ਦੀ ਅਤੇ ਉਸ ਦੀ ਮਾਂ ਦੀ ਉਮਰ 3 ਸਾਲ ਬਾਅਦ ਕਿੰਨੀ ਹੋਵੇਗੀ ਇਹ ਪਤਾ ਕਰਨਾ ਪਵੇਗਾ। ਸੋ 3 ਸਾਲ ਬਾਅਦ ਰੋਹਨ ਦੀ ਉਮਰ ਕਿੰਨੀ ਹੋ ਜਾਏਗੀ। ਸੋ 3 ਸਾਲ ਬਾਅਦ ਰੋਹਨ ਦੀ ਉਮਰ ਹੋ ਜਾਏਗੀ, ਜੇ ਅੱਜ ਉਹਦੀ ਉਮਰ x ਹੈ ਤਾਂ 3 ਸਾਲ ਬਾਅਦ ਉਹਦੀ ਉਮਰ ਹੋ ਜਾਏਗੀ x ਜਮਾ 3। ਇਸੇ ਤਰੀਕੇ ਨਾਲ ਰੋਹਨ ਦੀ ਮਾਂ ਦੀ ਉਮਰ ਵਰਤਮਾਨ ਉਮਰ ਜੇ x ਜਮਾ 26 ਹੈ ਤਾਂ 3 ਸਾਲ ਬਾਅਦ ਰੋਹਨ ਦੀ ਮਾਂ ਦੀ ਉਮਰ ਕਿੰਨੀ ਹੋ ਜਾਏਗੀ, 3 ਸਾਲ ਬਾਅਦ ਰੋਹਨ ਦੀ ਮਾਂ ਦੀ ਉਮਰ ਹੋ ਜਾਏਗੀ x ਜਮਾ 26 ਜਮਾ 3 ਸਾਲ, ਭਾਵ ਰੋਹਨ ਦੀ ਮਾਂ ਦੀ ਵਰਤਮਾਨ ਉਮਰ ਜੇ ਹੈ x ਜਮਾ 26 ਅਤੇ 3 ਸਾਲ ਬਾਅਦ ਉਹਦੀ ਉਮਰ ਦੇ ਵਿੱਚ 3 ਸਾਲ ਜੁੜ ਜਾਣਗੇ, ਭਾਵ ਜਮਾ 3 ਹੋ ਜਾਣਗੇ। ਸੋ ਰੋਹਨ ਦੀ ਮਾਂ ਦੀ ਉਮਰ ਹੋ ਜਾਏਗੀ x ਜਮਾ 26 ਜਮਾ 3 29 ਸਾਲ। ਹੁਣ ਪਿਆਰੇ ਬੱਚੇ ਸਾਨੂੰ ਦਿੱਤਾ ਹੋਇਆ ਹੈ ਕਿ 3 ਸਾਲ ਬਾਅਦ ਦੋਨਾਂ ਦੀ ਉਮਰਾਂ ਦਾ ਗੁਣਨਫਲ 360 ਹੋ ਜਾਵੇਗਾ, ਭਾਵ x ਜਮਾ 3 ਅਤੇ x ਜਮਾ 29 ਦਾ ਗੁਣਨਫਲ ਕਿੰਨਾ ਹੋ ਜਾਏਗਾ, 360। ਸੋ ਅਸੀਂ ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਸਾਡੇ ਕੋਲ ਆ ਜਾਏਗਾ x ਜਮਾ 3 ਗੁਣਾ x ਜਮਾ 29 ਬਰਾਬਰ ਹੈ 360। ਹੁਣ ਪਿਆਰੇ ਬੱਚਿਓ ਅਸੀਂ ਦੋਨੇ ਗੁਣਨਖੰਡ ਜਿਹੜੇ ਖੱਬੇ ਹੱਥ ਹੈ ਉਹਨਾਂ ਨੂੰ ਆਪਸ ਵਿੱਚ ਗੁਣਾ ਕਰਾਂਗੇ। ਗੁਣਾ ਕਰਨ ਦੇ ਲਈ ਸਾਨੂੰ x ਜਮਾ 3 ਦੇ ਜਿਹੜੇ ਦੋਨੀ ਅੰਕ ਹਨ ਉਹਨਾਂ ਨੂੰ x ਜਮਾ 29 ਦੇ ਦੋਨੀ ਅੰਕ ਨਾਲ ਗੁਣਾ ਕਰਨੀ ਪਵੇਗੀ, ਭਾਵ x ਨੂੰ x ਨਾਲ, ਫਿਰ x ਨੂੰ 29 ਨਾਲ, ਫਿਰ 3 ਨੂੰ x ਨਾਲ ਅਤੇ 3 ਨੂੰ 29 ਨਾਲ ਗੁਣਾ ਕਰਨੀ ਪਵੇਗੀ। ਸਭ ਤੋਂ ਪਹਿਲਾਂ ਆਪਾਂ x ਨੂੰ x ਨਾਲ ਗੁਣਾ ਕਰਦੇ ਹਾਂ ਅਤੇ ਆ ਜਾਏਗਾ ਸਾਡੇ ਕੋਲ x ਸਕੁਏਅਰ। ਫਿਰ x ਨੂੰ 29 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 29x। ਫਿਰ ਜਮਾ 3 ਨੂੰ x ਨਾਲ ਜੇ ਆਪਾਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ ਜਮਾ 3 ਗੁਣਾ x ਬਰਾਬਰ ਜਮਾ 3x। ਫਿਰ ਜਮਾ 3 ਨੂੰ 29 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 29 ਗੁਣਾ 3 ਕਿੰਨਾ ਹੁੰਦਾ ਹੈ, 87 ਜਮਾ 87 ਬਰਾਬਰ 0। ਹੁਣ ਆਪਾਂ ਵੇਖ ਸਕਦੇ ਹਾਂ ਕਿ 29x ਅਤੇ 3x ਦੀ ਘਾਤ 1 ਹੈ ਅਤੇ ਇਹਨਾਂ ਨੂੰ ਆਪਾਂ ਜੋੜ ਸਕਦੇ ਹਾਂ ਅਤੇ ਸਾਡੇ ਕੋਲ ਆ ਜਾਏਗਾ
एक्स स्केयर जमा 29 जमा 3 32x जमा 87 बराबर 0। तो आप देख सकते हाँ कि इस समीकरण की घात 2 है, सो इसलिए एक दो घाती समीकरण है। अगले सवाल वाल बढ़ते हाँ। हेठा दित्तियां स्थितियां नूं दो घाती समीकरण के रूप में बदलो। सो दूसरे सवाल का चौथा भाग है। एक रेलगड्डी 380 किलोमीटर की दूरी एक समान चाल नाल तय करती है, भाव उसकी स्पीड जिहड़ी है वो समान है। जेकर इसकी चाल 8 किलोमीटर प्रति घंटा घट हुंदी है तो वो उस दूरी नूं तय करन दे लई 3 घंटे वध समा लैंदी है। असीं रेलगड्डी की चाल पता करनी है। ठीक है प्यारे बच्चों, सो असीं रेलगड्डी की चाल पता करनी है, भाव असीं रेलगड्डी की चाल नूं मन्नांगे। ठीक है प्यारे बच्चों, सो उत्तर वाल वधदे हाँ। मन लो रेलगड्डी की चाल बराबर है x किलोमीटर प्रति घंटा। तो असीं जाणदे हाँ प्यारे बच्चों कि समा बराबर हुंदा है दूरी बटा चाल। जेकर आपां दूरी की जगह 380 किलोमीटर भरते हाँ, चाल की जगह x भरते हाँ, तो सानू प्राप्त होता है कि 380 किलोमीटर की दूरी तय करन विच लगा समा बराबर दूरी मतलब 380 बटा चाल यानी कि x। सो 380 किलोमीटर की दूरी तय करन लई लगा समा बराबर है 380 बटा x घंटे, क्योंकि ये समा है तो असीं इहनूं घंटे लिखांगे। असीं इस समीकरण नूं 1 नंबर नाम दिता है। इस तो बाद प्यारे बच्चों सानूं दिता होया है कि जेकर रेलगड्डी की चाल 8 किलोमीटर प्रति घंटा घटा दी जाए, भाव रेलगड्डी की नवीं चाल जो है वो पहली चाल नालों 8 किलोमीटर घट है, भाव x माइनस 8 किलोमीटर प्रति घंटा घट होवे तो 380 किलोमीटर की दूरी नूं तय करन लई कितना समा लगेगा। कितना समा लगेगा प्यारे बच्चों, जेकर असीं रेलगड्डी की चाल बदल दी है तो 380 किलोमीटर की दूरी तय करने के लिए जो समा लगेगा वो भी बदलेगा। ठीक है प्यारे बच्चों, सो रेलगड्डी की नवीं चाल के हिसाब नाल 380 किलोमीटर की दूरी तय करने लिए लगा समा कितना हो जाएगा, फॉर्मूला वही रहेगा दूरी बटा चाल मतलब 380 बटा x माइनस 8। सो प्यारे बच्चों असी इनू समीकरण नंबर 2 कह देंगे हाँ। इस दे नाल ही सानू ये भी कहा गया है कि जदों गड्डी की चाल घटा दी जाती है तो वो सेम दूरी नूं 380 किलोमीटर की दूरी नूं तय करन दे लई वध समा लैंदी है, भाव 380 बटा x माइनस 8 जिहड़ा है वो वड्डा है अते 380 बटा x वो छोटा है, भाव समीकरण 2 नूं जे आपां एक विचों घटाने हाँ तो सानू की प्राप्त होता है 380 बटा x माइनस 8 माइनस 380 बटा x, भाव नवीं चाल के हिसाब नाल लगा समा माइनस पहली वाली चाल के नाल हिसाब नाल लगा समा, उन्होंने जे आपां माइनस करते हाँ तो कितना फर्क आता है साडे कोल, कितना समा वध लगा है सानू बराबर 8 घंटे। ठीक है प्यारे बच्चों, अगर आप इन्हों हल करिए तो हल करन दे लई सानू सब तो पहला x माइनस 8 और x का लघुत्तम लेना पवेगा। तो लघुत्तम आ गया साडे कोल x गुणा x माइनस 8 तो ऊपर की आ जाएगा x नूं आपां 380 नाल गुणा करांगे, सो अपने को आ जाएगा 380x माइनस 380 x माइनस 8 बराबर 8। हुण आपां प्यारे बच्चों उपर 380 साझा कर लांगे अते x गुणा x माइनस 8 नूं आपां तिरछी गुणा भाव क्रॉस मल्टीप्लाई कर देंगे दूजे पासे 8 दे नाल। सो जो आपां 380 साझा कढ़िया है तो अंदर साढ़े को बच जाएगा x माइनस दूजे विचों जो आप 380 कॉमन कढ़िया है साझा कढ़िया है तो साढ़े को x माइनस 8 बचेगा बराबर 8 गुणा x माइनस 8 बच जाएगा, भाव x माइनस 8 नूं 8 नाल क्रॉस मल्टीप्लाई किया है।
ਹੁਣ ਪਿਆਰੇ ਬੱਚਿਓ ਆਪਾਂ ਬ੍ਰੈਕਟ ਦੇ ਅੰਦਰ ਜਿਹੜੀ ਛੋਟੀ ਬ੍ਰੈਕਟ ਹੈ ਉਹਨੂੰ ਖੋਲਾਂਗੇ ਤੇ ਛੋਟੀ ਬ੍ਰੈਕਟ ਦੇ ਬਾਹਰ ਮਾਈਨਸ ਦਾ ਨਿਸ਼ਾਨ ਹੈ, ਭਾਵ ਅੰਦਰਲੇ ਨਿਸ਼ਾਨ ਬਦਲ ਜਾਣਗੇ ਜਦੋਂ ਆਪਾਂ ਬ੍ਰੈਕਟ ਖੋਲਾਂਗੇ, ਭਾਵ x ਜਮਾ ਦਾ ਉਹ ਮਾਈਨਸ x ਹੋ ਜਾਏਗਾ, -8 ਜੋ ਹੈ ਉਹ ਜਮਾ 8 ਹੋ ਜਾਏਗਾ। ਸੱਜੇ ਪਾਸੇ ਜੇ ਆਪਾਂ ਦੇਖੀਏ ਤਾਂ x ਨੂੰ ਆਪਾਂ x ਨਾਲ ਗੁਣਾ ਕਰਾਂਗੇ ਤੇ x ਸਕੁਅਰ ਹੋ ਜਾਏਗਾ। x ਨੂੰ ਜਦੋਂ ਆਪਾਂ -8x ਨਾਲ -8 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ -8x ਹੋ ਜਾਏਗਾ। 8 ਨੂੰ ਆਪਾਂ ਸਾਂਝਾ ਹੀ ਰੱਖਿਆ ਹੋਇਆ ਹੈ। ਹੁਣ ਪਿਆਰੇ ਬੱਚਿਓ ਦੇਖੋ ਧਿਆਨ ਨਾਲ, ਖੱਬੇ ਪਾਸੇ ਬ੍ਰੈਕਟ ਦੇ ਵਿੱਚ ਜਮਾ x ਤੇ -x ਹਨ, ਉਹ ਆਪਸ ਵਿੱਚ ਕੱਟੇ ਜਾਣਗੇ ਤੇ ਸਾਡੇ ਕੋਲ ਜੋ ਸਮੀਕਰਨ ਹੈ ਉਹ ਕੁਝ ਇਸ ਤਰ੍ਹਾਂ ਦਾ ਬਣ ਜਾਏਗਾ। 380 ਗੁਣਾ 8 ਜੋ ਕਿ ਬਚ ਗਿਆ ਹੈ ਬਰਾਬਰ 8 ਗੁਣਾ x ਸਕੁਅਰ -8x। ਦੋਨਾਂ ਪਾਸੇ 8 ਨਾਲ ਗੁਣਾ ਹੈ, ਸੋ ਪਿਆਰੇ ਬੱਚਿਓ ਅਸੀਂ ਇਹਨਾਂ 8 ਨੂੰ ਵੀ ਆਪਸ ਵਿੱਚ ਕੱਟ ਸਕਦੇ ਹਾਂ। ਸੋ ਸਾਡੇ ਕੋਲ ਕੀ ਬਚਿਆ ਹੈ 380 ਬਰਾਬਰ x ਸਕੁਅਰ -8x। ਸੋ ਜੇਕਰ ਆਪਾਂ 380 ਨੂੰ ਸੱਜੇ ਪਾਸੇ ਲੈ ਕੇ ਜਾਂਦੇ ਹਾਂ ਤਾਂ ਸਾਡੇ ਕੋਲ ਕੀ ਸਮੀਕਰਨ ਬਣੇਗਾ x ਸਕੁਅਰ -8x -380। ਸੋ ਇਸ ਸਮੀਕਰਨ ਦੀ ਘਾਤ ਕਿੰਨੀ ਹੈ 2। ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ 2 ਘਾਤੀ ਸਮੀਕਰਨ ਹੈ। ਠੀਕ ਹੈ ਪਿਆਰੇ ਬੱਚਿਓ। ਪਿਆਰੇ ਵਿਦਿਆਰਥੀਓ, ਇਹ ਸਨ ਸਾਡੇ ਅੱਜ ਦੇ ਅਭਿਆਸ ਦੇ ਕੁਝ ਸਵਾਲ। ਬਾਕੀ ਰਹਿੰਦੇ ਸਵਾਲਾਂ ਨਾਲ ਦੁਬਾਰਾ ਮੁਲਾਕਾਤ ਹੋਵੇਗੀ। ਧੰਨਵਾਦ।